26 ਤੇ 27 ਤਰੀਕ ਨੂੰ ਦਿੱਲੀ ਦਾ ਘਰਾਓ ਕਰਨ ਦਾ ਇੱਕ ਨਾਰਾ ਵਾ। ਅੱਜ ਇੱਥੇ 200-250 ਮੁੰਡਾ ਜਿੰਨਾ ਵੀ ਇਕੱਠਾ ਹੋਇਆ ਸੀਗਾ, ਸਭ ਨੇ ਫੈਸਲਾ ਕੀਤਾ ਅਸੀਂ 26-27 ਤਰੀਕ ਨੂੰ ਨਾਲ ਜਾਵਾਂਗੇ। ਜੇ ਸਰਕਾਰ ਨੇ ਕਿਸੇ ਚੁਣੇ ਹੋਏ ਸੀਐਮ ਨੇ ਹਨਾ ਕਿ ਨੁਮਾਇੰਦਾ ਹੀ ਆ ਪੰਜਾਬ ਦਾ, ਉਹਨਾਂ ਨੇ ਕਹੀ ਇੰਨੀ ਗੱਲ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਰਿਗਾਰਡਿੰਗ ਦੈਟ ਬਿੱਲ, ਤੇ ਉਹਨਾਂ ਨੇ ਕੋਰੀ ਨਾ ਕਰਤੀ ਹੈ। ਨੌਜਵਾਨ ਜਾਗ ਚੁੱਕਾ, ਇਹ ਗੱਲ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਕਿ ਭਾਈ ਸਿੱਧੇ ਹੋ ਜਾਓ, ਕੰਨ ਆਪਣੇ ਜਿੰਨੇ ਕੋ ਖੜੇ ਹੋ ਹੋਰ ਖੜੇ ਕਰ ਲਓ। ਕਈ ਵਿਧਾਇਕ ਜਿਹੜੇ ਨੇ ਉੱਥੇ ਪਹੁੰਚੇ ਨੇ, ਦਿੱਲੀ ਦੇ ਵਿੱਚ ਪਹੁੰਚੇ ਨੇ ਰਾਸ਼ਟਰਪਤੀ ਨੂੰ ਮਿਲਣ ਵਾਸਤੇ, ਲੇਕਿਨ ਬਾਹਰ ਪ੍ਰੋਟੈਸਟ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ। ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਦਾ ਆਹਵਾਨ ਦਿੱਤਾ ਗਿਆ ਸੀਗਾ, ਜਿਸ ਦੇ ਤਹਿਤ ਅੰਮ੍ਰਿਤਸਰ ਦੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਚੱਕਾ ਜਾਮ ਕੀਤਾ ਗਿਆ ਹੈ। ਅਸੀਂ ਅੰਮ੍ਰਿਤਸਰ ਦੇ ਨਾਵਲਟੀ ਚੌਂਕ 'ਚ ਮੌਜੂਦ ਹਾਂ, ਜਿੱਥੇ ਕਿ ਜੋ ਕਿ ਇਹਨੂੰ ਦਿਲ ਕਿਹਾ ਜਾਂਦਾ ਹੈ, ਹਾਰਟ ਹੈ। ਇੱਥੋਂ ਸਾਰੀਆਂ ਜਿਹੜੀਆਂ ਨੇ ਜੋ ਲੋਕ ਨੇ ਇੱਥੋਂ ਨਿਕਲਦੇ ਨੇ ਔਰ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਲੋਕ ਆਪਣੇ ਦਫ਼ਤਰਾਂ ਦੇ ਉੱਤੇ ਕੰਮਾਂ-ਕਾਰਾਂ ਦੇ ਵਿੱਚ ਵੀ ਪਹੁੰਚਦੇ ਨੇ, ਲੇਕਿਨ ਇੱਥੇ ਵੀ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਜਿਹੜੇ ਨੇ ਉਹ ਕਾਫੀ ਲੋਕ ਜਿਹੜੇ ਨੇ ਉੱਥੇ ਨਿਤਰੇ ਹੋਏ ਨੇ ਔਰ ਲਗਾਤਾਰ ਹੀ ਕਿਹਾ ਹੀ ਜਾ ਰਿਹਾ ਕਿ ਜੋ ਖੇਤੀ ਕਾਨੂੰਨ ਜਿਹੜੇ ਪਾਸ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਔਰ ਲਗਾਤਾਰ ਹੀ ਇਹ ਪੜ੍ਹੇ ਲਿਖੇ ਵਰਗ ਦੇ ਲੋਕ ਨੇ ਜਿਹੜੇ ਲਗਾਤਾਰ ਅਲੱਗ-ਅਲੱਗ ਕਿੱਤਿਆਂ ਦੇ ਨਾਲ ਜਿਹੜੇ ਜੁੜੇ ਹੋਏ ਨੇ, ਲੇਕਿਨ ਕਿਸਾਨਾਂ ਦੇ ਹੱਕ ਦੇ ਵਿੱਚ ਉਤਰਦੇ ਹੋਏ ਕਿਤੇ ਨਾ ਕਿਤੇ ਇਹ ਨਜ਼ਰ ਜ਼ਰੂਰ ਆ ਰਹੇ ਨੇ ਔਰ ਲਗਾਤਾਰ ਹੀ ਕੋਸ਼ਿਸ਼ ਕੀਤਾ ਜਾ ਰਿਹਾ ਹੈ ਕਿ ਜਿਹੜੇ ਕਾਨੂੰਨ ਬਣੇ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਡਾਕਟਰ ਅਮਰਪ੍ਰੀਤ ਸਿੰਘ ਆ। ਡਾਕਟਰ ਸਾਹਿਬ, ਅੱਗੇ ਕਿਸਾਨ ਜਿਹੜੇ ਸੀਗੇ ਉਹ ਲਗਾਤਾਰ ਇੱਧਰ ਆਇਓ ਥੋੜਾ ਜਿਹਾ ਪਲੀਜ਼। ਅੱਗੇ ਕਿਸਾਨ ਜਿਹੜੇ ਸੀਗੇ ਉਹ ਇਕੱਲੇ ਪ੍ਰੋਟੈਸਟ ਕਰ ਰਹੇ ਸੀਗੇ, ਹੁਣ ਤੁਸੀਂ ਡਾਕਟਰਸ ਵੀ ਜਿਹੜੇ ਨੇ ਉਹ ਵੀ ਵਿੱਚ ਆਉਣਾ ਸ਼ੁਰੂ ਹੋ ਗਏ ਨੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇੱਕ ਕਿਸਾਨ ਜਥੇਬੰਦੀ ਵੱਲੋਂ ਕਾਲ ਸੀਗੀ ਜੀ ਕਿ ਅੱਜ 12 ਤੋਂ 4 ਵਜੇ ਤੱਕ ਜਿਹੜਾ ਰੋਡ ਬਲੌਕ ਕਰਨੀ ਹੈ ਪੂਰੇ ਭਾਰਤ 'ਚ ਕਾਲ ਸੀਗੀ, ਠੀਕ ਆ। ਇਹ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਹਨਾ ਉਹ ਵੀ ਆਪਣੇ ਕਿਸਾਨਾਂ ਦੇ ਨਾਲ ਇੱਕ ਡਾ ਕੇ ਖੜੇ ਨੇ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਹੈ ਕਿ ਇਹ ਮੈਸੇਜ ਨਹੀਂ ਸੀ ਜਾ ਰਿਹਾ, ਡਿਲੀਵਰ ਨਹੀਂ ਸੀ ਹੋ ਰਿਹਾ। ਉਹ ਮੈਸੇਜ ਇਹੀ ਜਾ ਰਿਹਾ ਸੀਗਾ, ਇੱਕ ਥਾਟ ਪ੍ਰੋਸੈਸ ਇਹੋ ਜਿਹਾ ਚਲਾਇਆ ਜਾ ਰਿਹਾ ਸੀਗਾ ਸਰਕਾਰ ਵੱਲੋਂ ਕਿ ਸਿਰਫ ਕਿਸਾਨ ਜਿਹੜੇ ਆ ਉਹੀ ਆ ਕੇ ਰੇਲ ਟਰੈਕ ਤੇ ਬੈਠੇ ਆ। ਬਜ਼ੁਰਗ ਜਿਹੜੇ ਜਥੇਬੰਦੀਆਂ ਦੇ ਨਾਲ ਨੁਮਾਇੰਦੇ ਨੇ ਜਾਂ ਉਹਨਾਂ ਦੇ ਅੱਗੋਂ ਬੰਦੇ 100-150 ਤੁਸੀਂ ਸਮਝਦੇ ਹੋ ਜਥੇਬੰਦੀਆਂ ਦੇ ਹੁੰਦੇ ਬੰਦੇ ਉਹੀ ਬੈਠੇ ਨੇ। ਪਰ ਅੱਜ ਇਸ ਵੇਲੇ ਕੋਈ ਪਾਰਟੀ ਵੱਲੋਂ ਕਾਲ ਨਹੀਂ ਹੈ, ਕਿਸੇ ਮਤਲਬ ਕਿ ਇਸ ਵੇਲੇ ਆਰਗੇਨਾਈਜੇਸ਼ਨ ਵੱਲੋਂ ਨਹੀਂ ਹੈਗੀ ਕਾਲ, ਠੀਕ ਹੈ ਨਾ, ਕਿਸੇ ਸੰਸਥਾ ਵੱਲੋਂ ਕਾਲ ਨਹੀਂ ਹੈ। ਆਪ ਮੁਹਾਰੇ ਸਾਰੇ ਵੀਰ ਇਕੱਠੇ ਹੋ ਕੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਹਿੱਕ ਡਾ ਕੇ ਅਸੀਂ ਨਾਲ ਖੜਨ ਲਈ ਤਾਂ ਇੱਥੇ ਆਏ। ਕੀ ਕਾਰਨ ਸਮਝਦੇ ਹੋ ਕਿ ਸਾਰੇ ਲੋਕ ਜਿਹੜੇ ਵਰਗ ਦੇ ਜਿਹੜੇ ਨੇ ਉਹ ਇਸ ਮੁਹਿੰਮ ਦੇ ਨਾਲ ਜੁੜਨਾ ਚਾਹੁੰਦੇ ਨੇ, ਚਾਹੇ ਉਹ ਲੀਡਰਸ ਹੋਣ, ਚਾਹੇ ਉਹ ਯੁਵਾ ਹੋਣ, ਚਾਹੇ ਤੁਹਾਡੇ ਵਰਗੇ ਪੜ੍ਹੇ ਲਿਖੇ ਜਿਹੜੇ ਨੁਮਾਇੰਦੇ ਨੇ ਜਾਂ ਡਾਕਟਰਸ ਜਿਹੜੇ ਨੇ ਹੁਣ ਆਉਣਾ ਸ਼ੁਰੂ ਹੋ ਗਏ ਨੇ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਨਾ ਬਹੁਤ ਸਿੰਪਲ ਜਿਹਾ ਪ੍ਰੋਸੈਸ ਹੈ। ਇੱਕ ਗਲੋਬਲ ਡਿਵੈਲਪਮੈਂਟ ਇਸ ਵੇਲੇ ਜਿਹੜੀ ਚੱਲ ਰਹੀ ਹੈ ਹਨਾ, ਪ੍ਰੋਸੈਸ ਜਿਹੜਾ ਚੱਲ ਰਿਹਾ ਉਹ ਪਹਿਲੀ ਚੀਜ਼ ਜਿਹੜੀ ਹਾਨੀਕਾਰਕ ਹੋ ਰਹੀ ਹੈ ਨਾ, ਸਾਡਾ ਜਿਹੜਾ ਈਕੋਸਿਸਟਮ ਹੈ, ਠੀਕ ਆ, ਉਹਨੂੰ ਬਹੁਤ ਨੁਕਸਾਨ ਪਹੁੰਚ ਰਿਹਾ, ਠੀਕ ਆ। ਇਨਵਾਇਰਨਮੈਂਟ ਉਹ 'ਚ ਇਹ ਨਹੀਂ ਆ, ਉਹ 'ਚ ਕਿਸਾਨ ਵੀ ਜਿਹੜੇ ਆ ਕਿਸੇ ਨਾ ਕਿਸੇ ਹੱਦ ਤੱਕ ਜ਼ਿੰਮੇਵਾਰ ਵੀ ਨੇ ਤੇ ਜਾਂ ਮੈਂ ਕਹਾਂ ਕਿ ਨਾਲ ਉਹ ਵੀ ਨੁਕਸਾਨ ਝੇਲ ਵੀ ਰਹੇ, ਠੀਕ ਆ। ਹੁਣ ਕੀ ਹੋ ਰਿਹਾ ਕਿ ਕਿਸਾਨੀ ਨੂੰ ਜਿਹੜਾ ਵਾ ਵਪਾਰ ਦੇ ਲੈਵਲ ਤੇ ਲਿਆ ਕੇ ਖੜਾ ਕੀਤਾ ਜਾ ਰਿਹਾ, ਪਰ ਇਹ ਦੋਵੇਂ ਚੀਜ਼ਾਂ ਅੱਡ ਨੇ, ਬਹੁਤ ਜ਼ਿਆਦਾ ਅੱਡ ਨੇ। ਹੁਣ ਦੇਖੋ ਤੁਸੀਂ ਪੂਰੇ ਇੰਡੀਆ 'ਚ ਆਕਸਫਾਰਮ ਦੀ ਇੱਕ ਰਿਪੋਰਟ ਹੈ, 44 ਇਹੋ ਜਿਹੇ ਘਰਾਣੇ ਨੇ ਪੂਰੇ ਵਰਲਡ 'ਚ, ਸਿਰਫ 44% ਅੰਬਾਨੀ ਅਡਾਨੀ ਵਰਗੇ ਜਿਹੜੇ 350 ਕਰੋੜ ਬੰਦਿਆਂ ਦੇ ਲੈਵਲ ਦੀ ਪ੍ਰਾਪਰਟੀ ਰੱਖਦੇ ਆ। ਤੇ ਇੰਡੀਆ 'ਚ ਵੀ ਇਹੋ ਚੀਜ਼ ਚੱਲ ਰਹੀ ਹੈ ਕਿ 2 ਬੰਦੇ ਸਿਰਫ ਅੰਬਾਨੀ ਅਡਾਨੀ, ਉਹਨਾਂ ਨੂੰ ਜਿਹੜੀ ਆ ਮੋਦੀ ਸਰਕਾਰ ਉਹਨਾਂ ਦੇ ਹੱਥ 'ਚ ਖੇਡ ਰਹੀ ਹੈ। ਇਹ ਤਾਂ ਸਭ ਨੂੰ ਪਤਾ ਚੱਲ ਰਿਹਾ ਹੈ ਨਾ। ਸਾਡੀ ਕਾਲ ਨੌਜਵਾਨਾਂ ਵੱਲੋਂ ਇਹੀ ਹੈ ਕਿ ਮੈਂ ਸਾਰੇ ਵੀਰਾਂ ਨੂੰ ਹੈ ਨਾ ਬੇਨਤੀ ਵੀ ਕਰਨੀ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਇਕੱਠੇ ਹੋਵੋ, ਜਾਗਰੂਕ ਹੋਵੋ, ਠੀਕ ਆ। ਆਪ ਆਪਸ ਵਿੱਚ ਡਿਸਕਸ਼ਨਸ ਕਰੋ, ਸਟੱਡੀ ਕਰੋ, ਚੰਗੇ ਜਰਨਲਿਸਟ ਨੂੰ ਪੜ੍ਹੋ, ਚੰਗੇ ਨੋਵਲਸ ਪੜ੍ਹੋ, ਚੰਗੇ ਲੋਕਾਂ ਨੂੰ ਸੁਣੋ। ਗੋਦੀ ਮੀਡੀਆ ਜਿਹੜਾ ਖਾਸ ਕਰਕੇ ਉਹਨਾਂ ਨੂੰ ਤੇ ਬੰਦ ਹੀ ਕਰ ਦਿਓ ਨਾ ਸੁਣਨਾ। ਤੇ ਇਸ ਲਈ ਆਪ ਤੁਸੀਂ ਕਿਸਾਨਾਂ ਦੇ ਹੱਕ 'ਚ ਆਓ। ਇਹ ਬਿਲਸ ਜਿਹੜੇ ਆ ਤੁਹਾਨੂੰ ਪੜ੍ਹਨ ਦੀ ਲੋੜ ਆ, ਇਹਨਾਂ ਨੂੰ ਪੜ੍ਹੋ, ਦੇਖੋ ਕਿ ਕੀ ਇਹਨਾਂ 'ਚ ਨੁਕਸੇ ਨੇ। ਕਲੌਜ਼ ਜਿਹੜੇ ਆ, ਲਾਜ਼ ਦੇ ਕਈ ਕਲੌਜ਼ ਨੇ ਜਿਹੜੇ ਰੱਖੇ ਹੋਏ ਆ, ਪਰ ਕਈ ਕਲੌਜ਼ ਇਹੋ ਜਿਹੇ ਲੁਕਵੇਂ ਵੀ ਆ ਜਿਹੜੇ ਕਿਸਾਨਾਂ ਵੀਰਾਂ ਨੂੰ ਪਤਾ ਨਹੀਂ ਆ। ਹੁਣ ਮੈਂ ਗੱਲ ਕਰਾਂ, ਕਈ ਇਹੋ ਜਿਹੇ ਵੀਰ 'ਚ ਤੁਸੀਂ ਮੈਨੂੰ ਕਹਿ ਰਹੇ ਹੋ ਪੜ੍ਹੇ ਲਿਖੇ, ਕਈ ਕਿਸਾਨ ਵੀਰ ਮਜ਼ਦੂਰ ਇਹੋ ਜਿਹੇ ਹੋਣਗੇ ਜਿਹੜੇ ਪੜ੍ਹੇ ਲਿਖੇ ਨਹੀਂ ਵੀ ਹੁੰਦੇ, ਹੈ ਨਾ, ਉਹਨਾਂ ਨੂੰ ਕਲੌਜ਼ ਬਾਰੇ ਪਤਾ ਹੀ ਨਹੀਂ ਹੈ। ਤੇ ਕਾਰਪੋਰੇਟਸ ਨੇ ਕੀ ਕਰਨਾ, ਉਹ ਕਲੌਜ਼ ਦੇ ਨਾਲ ਇੱਕ ਸ਼ਿਕੰਜਾ ਬਣਾ ਕੇ ਉਹਨਾਂ ਨੂੰ ਜਕੜ ਲੈਣਾ, ਸਾਈਨ ਕਰਾ ਲੈਣੇ ਆ ਪਹਿਲੇ, ਬਾਅਦ 'ਚ ਉਹਨਾਂ ਨੇ ਆਪਣੀ ਮਰਜ਼ੀ ਨਾਲ ਸਾਰਾ ਕੰਮ ਲੈਣਾ, ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰਾਉਣਾ, ਹੈ ਨਾ। ਸੋ ਇਹ ਬੜੀ ਇੱਕ ਜ਼ਰੂਰੀ ਕਾਲ ਹੈ ਦਿੱਤੀ ਜਾ ਰਹੀ ਹੈ। ਅੱਗੇ ਵੀ ਜਿੱਦਾਂ ਕਿਸਾਨ ਜਥੇਬੰਦੀਆਂ ਕਾਲਸ ਦੇਣਗੇ ਅਸੀਂ ਨਾਲ ਖੜਾਂਗੇ, ਆਪ ਮੁਹਾਰੇ ਚੱਲ ਕੇ ਜਾਵਾਂਗੇ। 26 ਤੇ 27 ਤਰੀਕ ਨੂੰ ਦਿੱਲੀ ਦਾ ਘਰਾਓ ਕਰਨ ਦਾ ਇੱਕ ਨਾਰਾ ਵਾ। ਅੱਜ ਇੱਥੇ 200-250 ਮੁੰਡਾ ਜਿੰਨਾ ਵੀ ਇਕੱਠਾ ਹੋਇਆ ਸੀਗਾ, ਸਭ ਨੇ ਫੈਸਲਾ ਕੀਤਾ ਅਸੀਂ 26-27 ਤਰੀਕ ਨੂੰ ਨਾਲ ਜਾਵਾਂਗੇ। ਤੁਸੀਂ ਜਿਵੇਂ ਦੱਸਿਆ ਕਿ ਜਿਹੜੇ ਕਿਸਾਨ ਨੇ ਉਹ ਸਾਰੇ ਲਾਜ਼ ਨੂੰ ਜਾਣਨਾ ਸ਼ੁਰੂ ਕਰ ਦਿੱਤਾ ਆ। ਜਿਹੜੇ ਕਈ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਜਿਹੜਾ ਸਮਝਦੇ ਪਏ ਨੇ ਇਸ ਚੀਜ਼ ਨੂੰ ਸਾਰਿਆਂ ਨੂੰ, ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਸਮਝ ਆ? ਦੇਖੋ ਜੀ, ਉਹਨਾਂ ਨੇ ਸਮਝਣਾ ਵੀ ਨਹੀਂ ਹੈਗਾ। ਉਹ ਕਾਰਨ ਕੀ ਹੈ? ਉਹਦਾ ਕਾਰਨ ਇੱਕ ਬੜਾ ਛੋਟਾ ਜਿਹਾ ਕਾਰਨ ਹੈ। ਉਹ ਇਸ ਵੇਲੇ ਜਿਹੜਾ ਰੋਲ ਅਪਣਾ ਰਹੇ ਨੇ ਨਾ, ਉਹ ਹਿਟਲਰਸ਼ਾਹੀ ਵਾਲਾ। ਉਹ ਸੋਚ ਰਿਹਾ ਜੋ ਮੈਂ ਕਹਿਤਾ ਉਹ ਸੱਚ ਹੈ,
ਜੋ ਮੈਂ ਕਹਿਤਾ ਉਹ ਸੱਚ ਹੈ, ਉਹ ਠੀਕ ਹੈ, ਤੇ ਜਿਹੜਾ ਮੈਨੂੰ ਸੁਣ ਰਿਹਾ ਨਾ ਉਹ ਵੀ ਉਹਨੂੰ ਸੱਚ ਤੇ ਸਹੀ ਸਮਝੇ। ਉਹ ਕਹਿ ਰਹੇ ਕਿ ਜੋ ਮੈਂ ਲਿਖਤੀ ਇਹ ਚੀਜ਼ ਤੇ ਬਸ ਹੋਈ। ਹੁਣ ਅੱਗੇ ਦੇ ਅੱਗੇ ਨਾਲ ਵੀ ਗੱਲ ਪ੍ਰੈਜ਼ੀਡੈਂਟ ਤੇ ਵੀ ਆ ਰਹੀ ਹੈ ਸੇਮ, ਹੈ ਨਾ, ਕਿ ਉਹਨਾਂ ਦਾ ਲਾਇਆ ਪ੍ਰੈਜ਼ੀਡੈਂਟ ਆ। ਹੁਣ ਜੇ ਸਰਕਾਰ ਨੇ ਕਿਸੇ ਚੁਣੇ ਹੋਏ ਸੀਐਮ ਨੇ, ਹੈ ਨਾ, ਕਿ ਨੁਮਾਇੰਦਾ ਹੀ ਆ ਪੰਜਾਬ ਦਾ, ਉਹਨਾਂ ਨੇ ਕਹੀ ਇੰਨੀ ਗੱਲ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਰਿਗਾਰਡਿੰਗ ਦੈਟ ਬਿੱਲ, ਤੇ ਉਹਨਾਂ ਨੇ ਕੋਈ ਨਾ ਕਰਤੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਡੈਮੋਕ੍ਰੈਟਿਕ ਰਾਈਟ ਦੇ ਵਿੱਚ ਜੇ ਕਿਸੇ ਕੋਲ ਹੈਗਾ ਰਾਈਟ, ਹੈ ਨਾ, ਤੇ ਉਹਨੂੰ ਤੁਸੀਂ ਇੱਦਾਂ ਨਾ ਕਰ ਸਕਦੇ ਹੋ ਚੁਣੇ ਹੋਏ ਸੀਐਮ ਨੂੰ। ਇਹ ਤੋਂ ਪਤਾ ਲੱਗ ਰਿਹਾ ਕਿ ਇੱਕ ਬੰਦੇ ਦੇ ਹੱਥ 'ਚ ਚੀਜ਼ ਹੈ, ਉਹ ਸਾਰੇ ਬੰਦਿਆਂ ਨੂੰ, ਹੈ ਨਾ, ਘੁਮਾ ਰਿਹਾ। ਸੰਘਵਾਦ ਜਿਹੜਾ, ਹੈ ਨਾ, ਇਹ ਚੀਜ਼ ਤੋਂ ਇੱਕ ਛੁਟਕਾਰਾ ਬਹੁਤ ਪਾਉਣਾ ਜ਼ਰੂਰੀ ਹੈ, ਤੇ ਨੌਜਵਾਨ ਜਾਗ ਚੁੱਕਾ। ਇਹ ਗੱਲ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਕਿ ਭਾਈ ਸਿੱਧੇ ਹੋ ਜਾਓ, ਕੰਨ ਆਪਣੇ ਜਿੰਨੇ ਕੁ ਖੜੇ ਉਹ ਹੋਰ ਖੜੇ ਕਰ ਲਓ। ਉਹਦਾ ਕਾਰਨ ਕੀ ਆ? ਵੋਟ ਜਿਹੜਾ ਸਾਡੇ ਕੋਲ ਰਾਈਟ ਆ ਡੈਮੋਕ੍ਰੈਟਿਕ, ਉਹਨੂੰ ਅਸੀਂ ਇਸਤੇਮਾਲ ਕਰਾਂਗੇ, ਕਰਦੇ ਅੱਗੇ ਵੀ ਸੀਗੇ, ਪਰ ਹੁਣ ਹੋਰ ਤਰੀਕੇ ਨਾਲ, ਹੋਰ ਸਮਝਦਾਰੀ ਨਾਲ ਕਰਾਂਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਯੁਵਾਵਾਂ ਦੇ ਨਾਲ ਸਾਡੇ ਪੁਰਾਣੇ ਬਜ਼ੁਰਗ ਵੀ ਨਾਲ ਮੌਜੂਦ ਨੇ। ਕੀ ਕਹਿਣਾ ਚਾਹੋਗੇ? ਬੜਾ ਪੜ੍ਹਿਆ ਲਿਖਿਆ ਵਰਗ ਜਿਹੜਾ ਵਾ ਹੁਣ ਦੁਬਾਰਾ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਹੋ ਗਿਆ, ਕੀ ਕਾਰਨ ਸਮਝਦੇ ਹੋ? ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਦੋ ਤਿੰਨ ਗੱਲਾਂ ਜਿਹੜੀਆਂ ਨੇ ਉਹ ਬਹੁਤ ਮਹੱਤਵਪੂਰਨ ਨੇ। ਪਹਿਲੀ ਗੱਲ ਤਾਂ ਹੈ ਕਿ ਇਹਨੂੰ ਸਿਰਫ ਕਿਸਾਨੀ ਸੰਘਰਸ਼ ਜੇ ਅਸੀਂ ਲੈ ਕੇ ਚੱਲ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੀ ਬਹੁਤ ਵੱਡੀ ਗਲਤੀ ਹੈ। ਉਹਦਾ ਕਾਰਨ ਇਹ ਹੈ ਕਿ ਅੱਜ ਇੱਕਦਮ ਜ਼ਰੂਰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਕਿਸਾਨਾਂ ਨਾਲ ਜੁੜੀ ਹੋਈ ਗੱਲ ਹੈ, ਪਰ ਕੱਲ੍ਹ ਨੂੰ ਜਦੋਂ ਇਹਨਾਂ ਕਾਨੂੰਨਾਂ ਦੇ ਤਹਿਤ ਭੰਡਾਰ ਜਿਹੜੇ ਨੇ ਉਹ ਫਸਲਾਂ ਦੇ ਜਾਂ ਰੱਖੇ ਜਾਣਗੇ, ਪ੍ਰਾਈਸਿਸ ਰਾਈਜ਼ ਹੋਏਗੀ ਤਾਂ ਵੀ ਹੈ। ਦੂਸਰੀ ਗੱਲ ਹੈ ਕਿ ਜੇ ਕਿਸਾਨੀ ਅਰਥਚਾਰਾ ਜਿਹੜਾ ਹੈ ਉਹ ਖਰਾਬ ਹੁੰਦਾ ਹੈ, 80% ਜਿਹੜਾ ਹੈ ਉਹ ਸਾਡੀ ਅਰਥ ਵਿਵਸਥਾ ਸਾਰੀ ਉਹ ਖੇਤੀ ਦੇ ਉੱਤੇ ਆਧਾਰਿਤ ਹੈ, ਤੇ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਬਾਕੀ ਸਾਡੇ ਸਾਰੇ ਵਪਾਰ ਵੀ ਜਿਹੜਾ ਉਹਦੇ ਨਾਲ ਪ੍ਰਭਾਵਿਤ ਹੋਣਗੇ। ਸੋ ਇਹਨੂੰ ਸਿਰਫ ਕਿਸਾਨਾਂ ਦਾ ਕੰਮ ਨਾ ਲੈ ਕੇ ਇਹਨੂੰ ਇਹ ਸਮਝਿਆ ਜਾਵੇ ਕਿ ਇਹ ਇਨ ਟੋਟੈਲਿਟੀ ਪੰਜਾਬ ਦੇ ਜਿਹੜਾ ਉਹ ਅਰਥਚਾਰੇ ਦਾ ਮਸਲਾ ਹੈ, ਤੇ ਸਾਨੂੰ ਭਾਵਨਾਤਮਕ ਤੌਰ ਦੇ ਉੱਤੇ ਜਿਹੜੇ 50-50 ਦਿਨਾਂ ਤੋਂ ਸੜਕਾਂ ਦੇ ਉੱਤੇ ਪਰਿਵਾਰਾਂ ਸਮੇਤ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਆਪਣੀ ਜਿਹੜੀ ਹੈ ਉਹ ਕਰਤੱਵਤਾ ਜ਼ਾਹਰ ਕਰਨ ਲਈ ਜਿਹੜਾ ਉਹ ਬਾਹਰ ਨਿਕਲਣਾ ਚਾਹੀਦਾ ਸੀ। ਅਸੀਂ ਆਪਣਾ ਫਰਜ਼ ਨਿਭਾਇਆ, ਬਾਕੀ ਸ਼ਹਿਰ ਵਾਸੀ ਵੀ ਜਿਹੜਾ ਉਹ ਭਵਿੱਖ 'ਚ ਜ਼ਰੂਰ ਅਜਿਹਾ ਕਰਨਗੇ। ਪਰ ਮੈਂ ਇਹਦੇ ਨਾਲ ਨਾਲ ਕਿਤੇ ਨਾ ਕਿਤੇ ਭਾਰਤ ਦੀ ਸਰਕਾਰ, ਜਿਹਦੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ, ਮੈਂ ਕਹਿਣਾ ਚਾਹਾਂਗਾ ਕਿ ਕਿਸਾਨਾਂ ਨੇ ਇਸ ਦੇਸ਼ ਨੂੰ ਸਿਰਜਿਆ। ਮੇਰੀ ਰਿਕੁਐਸਟ ਹੈ ਕਿ ਇਹ ਕੋਈ ਪਰਾਏ ਨਹੀਂ ਹੈਗੇ, ਇਹ ਉਹ ਆਪਣੇ ਨੇ ਜਿਨ੍ਹਾਂ ਨੇ ਸੱਚੀ ਮੁੱਚੀ ਇਸ ਦੇਸ਼ ਨੂੰ ਬਣਾਇਆ ਤੇ ਬਚਾਇਆ। ਸੋ ਅੱਜ ਤੁਸੀਂ ਜਿਹੜਾ ਹੈ ਉਹ ਆਪਣੀ ਕੋਈ ਹੰਕਾਰ ਦੇ ਤਹਿਤ ਲੈ ਕੇ ਕੋਈ ਫੈਸਲਾ ਨਾ ਕਰਕੇ ਸਗੋਂ ਆਪ ਬਾਹਾਂ ਖੋਲ੍ਹ ਕੇ ਉਹਨਾਂ ਤੱਕ ਜਾਓ, ਜਾਂ ਆਪਣੀ ਸਰਕਾਰ ਦੇ ਮੰਤਰੀਆਂ ਨੂੰ ਭੇਜੋ ਕਿ ਕੋਈ ਇਹੋ ਜਿਹੇ ਕਾਨੂੰਨ ਜਿਹੜੇ ਨੇ ਉਹ ਬਣਾਏ ਜਾਣ ਜਿਹੜੇ ਘੱਟੋ ਘੱਟ ਜਿਹੜਾ ਹੈ ਉਹ ਕਿਸਾਨਾਂ ਨੂੰ ਖੁਸ਼ੀ ਦਿੰਦੇ ਹੋਣ, ਸੰਤੁਸ਼ਟੀ ਦਿੰਦੇ ਹੋਣ। ਜੇ ਕਿਸਾਨ ਖੁਸ਼ ਹੈ, ਪੰਜਾਬ ਸੂਬਾ ਤੇ 100% ਤਾਂ ਬਚਦਾ ਹੈ, ਪਰ ਸਾਰੇ ਦੇਸ਼ ਦੇ ਵਿੱਚ ਕਿਸਾਨੀ ਪ੍ਰਧਾਨ ਸੂਬਾ ਹੋਣ ਕਰਕੇ ਸਾਨੂੰ ਕਿਸਾਨਾਂ ਲਈ ਪੋਜ਼ਿਟਿਵਿਟੀ ਨਾਲ ਸੋਚਣਾ ਚਾਹੀਦਾ ਹੈ। ਇਹ ਬੇਨਤੀ ਵੀ ਮੈਂ ਜਿਹੜੀ ਆ ਉਹ ਪ੍ਰਧਾਨ ਮੰਤਰੀ ਇੱਕ ਮੇਰਾ ਕੁਐਸਚਨ ਹੈ ਜੀ ਕਿ ਕੱਲ੍ਹ ਜਿਹੜੇ ਆ ਕਈ ਵਿਧਾਇਕ ਜਿਹੜੇ ਨੇ ਉੱਥੇ ਪਹੁੰਚੇ ਨੇ, ਦਿੱਲੀ ਦੇ ਵਿੱਚ ਪਹੁੰਚੇ ਨੇ ਰਾਸ਼ਟਰਪਤੀ ਨੂੰ ਮਿਲਣ ਵਾਸਤੇ, ਲੇਕਿਨ ਬਾਹਰ ਪ੍ਰੋਟੈਸਟ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ। ਕਿਆ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਕੈਪਚਰ ਕਰਨਾ ਚਾਹੁੰਦੀਆਂ ਨੇ ਇਸ ਅੰਦੋਲਨ ਨੂੰ? ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਸਾਰੇ ਮਾਮਲੇ? ਨਹੀਂ, ਦੇਖੋ ਇਸ ਤਰ੍ਹਾਂ ਹੈਗਾ ਕਿ ਪੋਲੀਟੀਕਲ ਪਾਰਟੀਆਂ ਨੇ ਪਹਿਲੀ ਗੱਲ ਤਾਂ ਹੈ ਕਿ ਰਾਜਨੀਤਿਕ ਤਰੀਕੇ ਨਾਲ ਆਪਣੇ ਕੰਮ ਕਰਨੇ ਨੇ, ਪਰ ਉਹਦੇ ਬਾਵਜੂਦ ਘੱਟੋ ਘੱਟ ਰਾਜ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਭ ਤੋਂ ਵੱਧ ਇਫੈਕਟ ਜਿਹੜਾ ਚੁੱਕੇ ਪੰਜਾਬ ਤੇ ਹੈ, ਤੇ ਪੰਜਾਬ ਦੀ ਸਰਕਾਰ ਜਿਹੜਾ ਜੇ ਉਹਨੇ ਰੋਲ ਅਦਾ ਕਰਨ ਲਈ ਇਸ ਤਰ੍ਹਾਂ ਦਾ ਕੋਈ ਰੱਖਿਆ ਸੀਗਾ ਕੱਲ੍ਹ ਦਾ, ਪਹਿਲੀ ਗੱਲ ਤੇ ਰਾਸ਼ਟਰਪਤੀ ਨੂੰ ਵੀ ਸਮਾਂ ਦੇਣਾ ਚਾਹੀਦਾ ਸੀ, ਭਾਵੇਂ ਉਹ ਪ੍ਰੋਟੋਕੋਲ ਮੁਤਾਬਕ ਬਣਦਾ ਸੀ ਜਾਂ ਨਹੀਂ ਸੀ ਬਣਦਾ, ਫਿਰ ਵੀ ਆਖਰਕਾਰ ਪੰਜਾਬ ਸੂਬੇ ਦੇ 2-2.5 ਕਰੋੜ ਲੋਕਾਂ ਦੀਆਂ ਭਾਵਨਾਵਾਂ ਦਾ ਮਸਲਾ ਸੀ। ਨਾਲ ਹੀ ਨਾਲ ਮੈਨੂੰ ਲੱਗਦਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਸਗੋਂ ਸ਼ਾਮਲ ਨਹੀਂ ਹੋਈਆਂ ਉਹਨਾਂ ਦੇ ਲੱਖ ਡਿਫਰੈਂਸਿਸ ਹੋਣ, ਚੂँਕਿ ਇਹ ਕਿਸਾਨਾਂ ਦਾ ਮਸਲਾ ਸੀ, ਪੰਜਾਬ ਦੇ ਹਿੱਤਾਂ ਦਾ ਮਸਲਾ ਸੀ, ਤੇ ਉੱਥੇ ਜਾ ਕੇ ਖਲੋਣਾ ਬਣਦਾ ਸੀ। ਪਰ ਚਲੋ ਹਰ ਪੋਲੀਟੀਕਲ ਪਾਰਟੀ ਦਾ ਆਪਣਾ ਕੰਮ ਕਰਨ ਦਾ ਢੰਗ ਤਰੀਕਾ ਹੈ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਸੰਵਿਧਾਨਕ ਤਰੀਕੇ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਤਰ੍ਹਾਂ ਤਿਰਸਕਾਰ ਦੇਣਾ ਇਹ ਕੋਈ ਬਹੁਤ ਚੰਗੀ ਸ਼ੋਭਾ ਵਾਲੀ ਗੱਲ ਨਹੀਂ ਹੈ। ਇਸ ਦੇਸ਼ ਨੇ ਕੋਈ ਬਹੁਤ ਚੰਗੀ ਪਰੰਪਰਾ ਕਾਇਮ ਨਹੀਂ ਕੀਤੀ। ਸੋ ਇਹ ਸਨ ਕਈ ਡਾਕਟਰ ਸਾਹਿਬਾਨ, ਅਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਲਗਾਤਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਆ ਪ੍ਰੋਟੈਸਟ ਜਿਹੜਾ ਆ ਉਹ ਇੱਥੇ ਕੀਤਾ ਗਿਆ ਹੈ, ਔਰ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਆ ਉਹ ਪ੍ਰੋਟੈਸਟ ਜੋ ਹੈ ਕੀਤਾ ਜਾ ਰਿਹਾ ਸੀਗਾ। ਤੇ ਕਿਹਾ ਹੀ ਜਾ ਰਿਹਾ ਕਿ ਅਗਰ 27 ਤਰੀਕ ਨੂੰ ਦਿੱਲੀ ਕੂਚ ਕਰਨਾ ਪਿਆ ਤੇ ਇਹਨਾਂ ਵੱਲੋਂ ਵੀ ਉਹਨਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਲੇਕਿਨ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਏ ਨੇ, ਅਤੇ ਹੁਣ ਪੜ੍ਹਿਆ ਲਿਖਿਆ ਵਰਗ ਵੀ ਜਿਹੜਾ ਆ ਉਹ ਕਿਸਾਨਾਂ ਦੇ ਹੱਕ ਵਿੱਚ ਆਉਣਾ ਸ਼ੁਰੂ ਹੋ ਗਿਆ, ਚਾਹੇ ਉਹ ਡਾਕਟਰ ਹੋਣ ਤੇ ਚਾਹੇ ਉਹ ਇੰਜੀਨੀਅਰ ਹੋਣ, ਸਾਰੇ ਜਿਹੜੇ ਨੇ ਹੁਣ ਕਿਸਾਨਾਂ ਦੇ ਹੱਕ ਵਿੱਚ ਨਿਤਰਦੇ ਹੋਏ ਨਜ਼ਰ ਆ ਰਹੇ ਨੇ। ਕੈਮਰਾਮੈਨ ਜਸਵਿੰਦਰ ਦੇ ਨਾਲ ਗੁਰਪ੍ਰੀਤ ਸਿੰਘ,
ਰੋਜ਼ਾਨਾ ਲੋਕ ਨਡ ਟੀਵੀ ਅੰਮ੍ਰਿਤਸਰ।